मेरा यीशु मसीह जब दुनिया में था, उसने अच्छे अच्छे काम किए। कभी भीड़ को खिलाया, कभी मुर्दों को जिलाया और रोगों को चंगा किया। मेरा यीशु मसीह जब दुनिया में था, उसने अच्छे अच्छे काम किए। कभी भीड़ को खिलाया, कभी मुर्दों को जिलाया और रोगों को चंगा किया। जय जयकार, जय जयकार। सारे भैन भरावां नूं जय मसीह दी। अज दे वचन दा मनन करन तो पहिलां असीं प्रार्थना विच जावांगे। दयालु प्रभु, असीं आप दा धन्नवाद, आप दी महिमा, आप दी वडियाई करदे हां। सचमुच तू सर्वशक्तिमान सर्वव्यापी परमेश्वर है। सिंहासनां दे उत्ते विराजमान, हर एक धरती दे उत्ते रहण वाले वसर दे विच तू अपनी महिमा लैंदा है। उस दे लई असीं तेरे नाम नूं आदर, सत्कार अते महिमा दिंदे हां। परमेश्वर, अज असीं तेरे वचन दा मनन करन जा रहे हां। इस वचन नूं समझण दे लई, इस वचन दे अनुसार सानूं सिੱਖਿਆ लैण दे लई, इस वचन दे अनुसार सानूं ਚੱਲਣ ਦੇ ਲਈ ਸਾਡੀ ਮਦਦ ਕਰੇ। ਤੂੰ ਸਾਡੇ ਜੀਵਨ ਵਿੱਚ ਵਧੇ ਤੇ ਅਸੀਂ ਘਟੀਏ, ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਹਿੱਸਾ ਲਿਆ ਹੈ, ਉਹ ਲਿਆ ਹੈ ਦੂਸਰਾ ਰਾਜਾ, ਉਸ ਦਾ 12 ਅਧਿਆਇ ਅਤੇ ਉਸ ਦੀ 2 ਅਤੇ 15 ਆਇਤ ਦੇ ਵਿੱਚੋਂ। ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਅਤੇ ਜਦ ਤੱਕ ਯਹੋਯਾਦਾ ਯਾਜਕ ਯੋਆਸ਼ ਨੂੰ ਸਿੱਖਿਆ ਦਿੰਦਾ ਰਿਹਾ, ਤਦ ਤੱਕ ਉਹ ਉਹੀ ਕੰਮ ਕਰਦਾ ਰਿਹਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਹੈ। 15 ਅਤੇ ਜਿਨ੍ਹਾਂ ਦੇ ਹੱਥ ਵਿੱਚ ਕੰਮ ਕਰਨ ਵਾਲਿਆਂ ਨੂੰ ਦੇਣ ਦੇ ਲਈ ਰੁਪਇਆ ਦਿੱਤਾ ਜਾਂਦਾ ਸੀ, ਉਹਨਾਂ ਤੋਂ ਕੁਝ ਹਿਸਾਬ ਨਾਲ ਲਿਆ ਗਿਆ, ਕਿਉਂਕਿ ਉਹ ਸੱਚਾਈ ਨਾਲ ਕੰਮ ਕਰਦੇ ਸੀ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਉਹ ਹੈ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸਹੀ ਕੰਮ। ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸਹੀ ਕੰਮ। ਅੱਜ ਦੇ ਇਸ ਵਚਨ ਦੇ ਵਿੱਚ ਮੈਨੂੰ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਸਹੀ ਕੰਮ ਦਾ ਇੱਕ ਗਹਿਰਾ ਭੇਤ ਮਿਲਿਆ ਹੈ, ਜੋ ਮੈਂ ਆਪ ਦੇ ਨਾਲ ਵੰਡਣ ਜਾ ਰਿਹਾ ਹਾਂ। ਮੈਂ ਸਮਝਦਾ ਹਾਂ ਕਿ ਕੋਈ ਸ਼ੱਕ ਦੀ ਗੱਲ ਨਹੀਂ ਕਿ ਬਾਈਬਲ ਦੇ ਯੁੱਗ ਵਿੱਚ ਵੀ ਠੱਗੀ ਕਰਨ ਵਾਲੇ कारपेंटर, राज मिस्त्री ਅਤੇ ਪੱਥਰ ਕੱਟਣ ਵਾਲੇ ਅਤੇ ਹੋਰ ਕਈ ਤਰ੍ਹਾਂ ਦੇ ਕਾਰੀਗਰ ਪਾਏ ਜਾਂਦੇ ਸੀ, ਅਤੇ ਉਹਨਾਂ ਵਿੱਚ ਮੰਦਰ ਦੀ ਮੁਰੰਮਤ ਦੀ ਸੱਚਾਈ ਦਾ ਨਿਰੀਖਣ ਕਰਨ ਵਾਸਤੇ ਵੀ ਅਸੀਂ ਬਾਈਬਲ ਦੀ ਸੱਚਾਈ ਨੂੰ, ਕਾਰੀਗਰਾਂ ਨੂੰ ਸੱਚੇ ਮਨ ਦੇ ਨਾਲ ਕੰਮ ਕਰਦਿਆਂ ਹੋਇਆ ਵੇਖਦੇ ਹਾਂ। ਕਈ ਕਮੇਟੀਆਂ ਅਜਿਹੀਆਂ ਨੇ ਜੋ ਪਰਮੇਸ਼ਰ ਦੇ ਭਵਨ ਦੇ ਨਾਮ ਦੇ ਉੱਤੇ ਹੀ ਹਜ਼ਾਰਾਂ ਲੱਖਾਂ ਰੁਪਈਆ ਖਾ ਜਾਂਦੀਆਂ ਨੇ। ਉਹ ਸੋਚਦੇ ਆ, ਇੱਥੇ ਕਿਹੜਾ ਪਰਮੇਸ਼ਰ ਹੈ, ਇੱਥੇ ਕਿਹੜਾ ਪਰਮੇਸ਼ਰ ਦੇਖਦਾ ਹੈ। ਅੱਜ ਦੇ ਸਮੇਂ ਦੇ ਹਾਲਾਤ ਵਿੱਚ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕ ਇਵਨ ਦੈਨ ਮਸੀਹਤ ਦੇ ਵਿੱਚ ਵੀ ਪ੍ਰਾਪਰਟੀਆਂ ਦੇ ਚੱਕਰ ਦੇ ਵਿੱਚ, ਪ੍ਰਭੂ ਦੇ ਘਰ ਦੇ ਚੱਕਰ ਵਿੱਚ, ਸੇਵਕਾਈ ਦੇ ਧੰਦੇ ਵਿੱਚ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸੱਚਾਈ ਨੂੰ ਵੱਖ ਕਰਕੇ ਉਹਨਾਂ ਆਪਣੇ ਜੀਵਨ ਦੇ ਵਿੱਚ ਰਿਸ਼ਵਤਖੋਰੀ ਦਾ ਕੰਮ ਕੀਤਾ ਹੈ। ਬਾਈਬਲ ਦੇ ਵਿੱਚ ਇਹ ਗੱਲਾਂ ਪਹਿਲਾਂ ਤੋਂ ਹੀ ਉਲੇਖਿਤ ਹੈ, ਪਰ ਮੈਂ ਜਦੋਂ ਇਸ ਖੰਡ ਨੂੰ ਪੜ੍ਹ ਰਿਹਾ ਸਾਂ, ਜਿੱਥੇ
ਯੋਆਸ਼ ਦੇ ਇਸ ਰਾਜ ਦੇ ਵਿੱਚ ਜਦੋਂ ਪਰਮੇਸ਼ਰ ਦੇ ਘਰ ਦਾ ਕੰਮ ਕੀਤਾ ਗਿਆ, ਪਰਮੇਸ਼ਰ ਦੇ ਘਰ ਦੀ ਜ਼ਿੰਮੇਵਾਰੀ ਕੁਝ ਲੋਕਾਂ ਨੂੰ ਦਿੱਤੀ ਗਈ, ਉਹਨਾਂ ਨੇ ਸੱਚਾਈ ਦੇ ਨਾਲ ਕੰਮ ਕਰਦੇ ਹੋਏ ਉਹਨਾਂ ਨੂੰ ਵੇਖਿਆ। ਵੰਡਰਫੁਲ ਥਿੰਗਸ। ਦੂਸਰਾ ਅਸੀਂ ਇਹਦੇ ਵਿੱਚ ਦੇਖਦੇ ਹਾਂ 2 ਅਧਿਆਏ ਦੇ 12 ਦੀ 2 ਆਇਤ ਦੇ ਵਿੱਚ, ਜਦ ਤੱਕ ਯਹੋਯਾਦਾ ਯਾਜਕ ਯੋਆਸ਼ ਨੂੰ ਸਿੱਖਿਆ ਦਿੰਦਾ ਸੀ, ਤਦ ਤੱਕ ਉਹ ਉਹੀ ਕੰਮ ਕਰਦਾ ਰਿਹਾ। ਇਹਦਾ ਮਤਲਬ ਰਾਜਾ ਹੈ, ਵਿਸ਼ਵਾसी है, एल्डर्स है, ਡੀਕਨਸ है, एवेंजलिस्ट है, हर एक ਨੂੰ ਪਰਮੇਸ਼ਰ ਦੀ ਸਿੱਖਿਆ ਦੇ ਅਧੀਨ ਰਹਿਣ ਦੀ ਲੋੜ ਹੈ। ਕਾਹਦੇ ਲਈ? ਤਾਂ ਕਿ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਮੇਰੇ ਜੀਵਨ ਦੀ ਗਵਾਹੀ ਅਤੇ ਕੰਮ ਉਸ ਦੇ ਸਾਹਮਣੇ ਉਸ ਦੀ ਮਹਿਮਾ ਦੇ ਲਈ ਬਣਿਆ ਰਹੇ। ਕਿੰਨੀ ਆਦਰ ਦੀ ਗੱਲ ਹੈ। ਅੱਜ ਕਲੀਸਿਆਵਾਂ ਦੇ ਵਿੱਚ ਸਿੱਖਿਆ ਦਾ ਰੁਝਾਨ ਘਟ ਚੁੱਕਾ ਹੈ। ਸਿੱਖਿਆ ਲੈਣ ਦਾ ਰੁਝਾਨ ਘਟ ਚੁੱਕਾ ਹੈ। ਦੇਣ ਦੇ ਲਈ ਹਰ ਕੋਈ ਖੜਾ ਹੋਣਾ ਚਾਹੁੰਦਾ ਹੈ, ਚਾਹੇ ਉਹ ਐਲਡਰ ਹੈ, ਚਾਹੇ ਉਹ ਡੀਕਨ ਹੈ, ਚਾਹੇ ਉਹ ਵਿਸ਼ਵਾਸੀ ਹੈ। ਬਾਈਬਲ ਦੇ ਵਿੱਚ ਬਾਈਬਲ ਦਾ ਪਰਮੇਸ਼ਵਰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਈਬਲ ਦੇ ਪ੍ਰਕਾਸ਼ ਦੀ ਪੋਥੀ ਤੱਕ ਸਿੱਖਿਅਕ ਹੈ, ਸਿਖਾਉਣ ਵਾਲਾ ਹੈ। ਜਿਹੜੇ ਉਸ ਤੋਂ ਸਿੱਖਦੇ ਗਏ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਅਸੀਂ ਬਿਹਤਰੀ ਨਾਲ ਪੜ੍ਹਦੇ ਹਾਂ, ਜਿਸ ਦੀ ਸਾਖੀ ਸਾਡੇ ਵਿੱਚ ਯੋਆਸ਼ ਰਾਜਾ ਦੇ ਬਾਰੇ ਯਹੋਯਾਦਾ ਯਾਜਕ ਦੇ ਰਾਹੀਂ ਸਿੱਖਿਆ ਲੈਂਦੇ ਹੋਏ ਉਸਨੇ ਆਪਣੇ ਜੀਵਨ 'ਚ। ਪਰ ਜਦੋਂ ਯਹੋਯਾਦਾ ਮਰ ਗਿਆ, ਤਦ ਮੈਂ ਇਹ ਪੜ੍ਹਦਾ ਹਾਂ ਦੂਸਰਾ ਇਤਿਹਾਸ ਉਸ ਦੇ 24 ਅਧਿਆਏ 17 ਤੋਂ 27 ਆਇਤਾਂ ਦੇ ਵਿੱਚ, ਉਹ ਫਿਰ ਗਿਆ। ਉਹਦੇ ਕੋਲ ਸਿੱਖਿਆ ਨਹੀਂ, ਉਹ ਫਿਰ ਗਿਆ, ਮੰਦਰ ਵਿੱਚ ਜਾਣ ਲੱਗ ਗਿਆ, ਮੂਰਤੀ ਪੂਜਾ ਕਰਨ ਲੱਗ ਗਿਆ ਅਤੇ ਸੰਸਾਰ ਦੇ ਕੰਮਾਂ ਨੂੰ ਕਰਦਾ ਰਿਹਾ ਅਤੇ ਉਹ ਦੇਵਤਿਆਂ ਦਾ ਪੂਜਕ ਬਣ ਗਿਆ ਅਤੇ ਉਹ ਵਿਨਾਸ਼ ਹੋ ਗਿਆ। ਮੇਰੇ ਪਿਆਰੇ ਅਸੀਸ, ਇੱਥੇ ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਪਰਮੇਸ਼ਰ ਦੀ ਨਿਗਾਹ ਵਿੱਚ ਸਹੀ ਕੰਮ। ਜੇ ਅਸੀਂ ਪਰਮੇਸ਼ਰ ਦੇ ਅਧੀਨ ਉਸ ਦੀ ਸਿੱਖਿਆ ਨੂੰ ਲੈਂਦੇ ਰਹਾਂਗੇ ਤਾਂ ਅਸੀਂ ਕਦੇ ਵੀ ਗਲਤ ਕੰਮ, ਗਲਤ ਸਲਾਹ, ਗਲਤ ਅਗਵਾਈ ਦੇ ਵਿੱਚ ਨਹੀਂ ਜਾ ਸਕਦੇ। ਮੈਂ ਆਪ ਨੂੰ ਇੱਕ ਵਚਨ ਪੜ੍ਹ ਕੇ ਦੱਸਣਾ ਚਾਹੁੰਦਾ ਹਾਂ, ਜਿਸ ਕੰਮ ਨੂੰ ਪਰਮੇਸ਼ਰ ਦੇ ਵਚਨ ਦੇ ਵਿੱਚ ਐਜ਼ਰਾ ਨਬੀ ਦੀ ਪੁਸਤਕ ਜਦੋਂ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ 7:10 ਦੇ ਵਿੱਚ ਐਜ਼ਰਾ ਨਬੀ ਇੱਕ ਸ਼ਾਸਤਰੀ ਸੀ, ਜਿਸ ਨੇ ਪਰਮੇਸ਼ਰ ਦੇ ਵਚਨ ਦਾ ਆਪਣੇ ਲੋਕਾਂ ਨੂੰ ਜਦੋਂ ਗੁਲਾਮੀ ਵਿੱਚ ਸੀ, ਜਦੋਂ ਗੁਲਾਮੀ ਦੇ ਵਿੱਚੋਂ ਆ ਗਏ, ਤਦ ਉਸਨੇ ਕੀ ਕੀਤਾ? 10 ਦੇ ਵਿੱਚ ਲਿਖਿਆ, ਐਜ਼ਰਾ ਨਬੀ ਦੀ ਪੁਸਤਕ ਉਸਦਾ 7:10 ਲਿਖਿਆ ਹੈ, ਕਿਉਂਕਿ ਐਜ਼ਰਾ ਨੇ ਯਹੋਵਾ ਦੀ ਸ਼ਰ੍ਹਾ ਦਾ ਅਰਥ ਬੁੱਝ ਲੈਣ ਅਤੇ ਉਸ ਦੇ ਅਨੁਸਾਰ ਚੱਲਣ ਅਤੇ ਇਸਰਾਇਲ ਵਿੱਚ ਵਿਧੀਆਂ ਅਤੇ ਨਿਯਮ ਸਿਖਾਉਣ ਦੇ ਲਈ ਆਪਣਾ ਮਨ ਲਾਇਆ। ਬਹੁਤ ਵਧੀਆ ਗੱਲ ਇੱਥੇ ਪਤਾ ਲੱਗਦੀ ਹੈ। ਐਜ਼ਰਾ ਨੇ ਪਹਿਲਾਂ ਸਿੱਖਿਆ, ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਸ ਦੇ ਅਨੁਸਾਰ ਚੱਲਿਆ, ਫਿਰ ਉਸ ਤੋਂ ਬਾਅਦ ਦੇਖਦੇ ਹਾਂ ਫਿਰ ਉਹਨੇ ਦੂਸਰਿਆਂ ਦੇ ਉੱਤੇ ਅਪਲਾਈ ਕੀਤਾ। ਪਰਮੇਸ਼ਵਰ ਇੱਥੇ ਚਾਹੁੰਦਾ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ
ਆਪਣੇ ਜੀਵਨ ਨੂੰ ਬਤੀਤ ਕਰੀਏ। ਬਾਈਬਲ ਸਾਡੀ ਸਿੱਖਿਅਕ ਹੈ। ਗਲਾਤੀਆਂ ਦੀ ਪੁਸਤਕ ਅਗਰ ਅਸੀਂ ਪੜ੍ਹੀਏ 3 ਅਧਿਆਏ ਦੇ ਵਿੱਚ, ਤਾਂ ਉੱਥੇ ਪੌਲਸ ਰਸੂਲ ਕਹਿੰਦਾ ਹੈ, ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਸ਼ਰ੍ਹਾ ਉਹਨਾਂ ਦੇ ਲਈ ਸਿੱਖਿਅਕ ਠਹਿਰੀ। ਕਾਹਦੇ ਲਈ ਠਹਿਰੀ? ਪਰਮੇਸ਼ਵਰ ਦੇ ਪਿੱਛੇ ਉਸ ਦੇ ਨਿਯਮਾਂ ਦੇ ਅਨੁਸਾਰ ਚੱਲਣ ਦੇ ਲਈ, ਤਾਂ ਕਿ ਉਹ ਪਰਮੇਸ਼ਵਰ ਦੀ ਪਵਿੱਤਰਤਾ ਨੂੰ ਅਤੇ ਪਰਮੇਸ਼ਵਰ ਦੀ ਸੱਚਾਈ ਨੂੰ ਅਤੇ ਪਰਮੇਸ਼ਵਰ ਦੇ ਪਿਆਰ ਨੂੰ ਅਤੇ ਪਰਮੇਸ਼ਵਰ ਦੀ ਆਗਿਆਕਾਰੀਤਾ ਨੂੰ ਆਪਣੇ ਜੀਵਨ ਵਿੱਚ ਸਮਝ ਸਕਣ ਅਤੇ ਉਸ ਦੇ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਪਰਮੇਸ਼ਵਰ ਦੀ ਆਸ਼ੀਸ਼ ਨੂੰ ਪ੍ਰਾਪਤ ਕਰ ਸਕਣ। ਐਜ਼ਰਾ ਨਬੀ ਨੇ ਉਹੀ ਕੀਤਾ। ਜਦੋਂ ਇਸਰਾਈਲੀਆਂ ਨੂੰ ਪਤਾ ਲੱਗਾ ਅਸੀਂ ਗਲਤੀ ਕੀਤੀ ਹੈ, ਮੁੜੇ, ਤਦ ਐਜ਼ਰਾ ਨਬੀ ਨੇ ਜਦੋਂ ਉਹਨਾਂ ਨੂੰ ਵਿਵਸਥਾ ਸਿਖਾਈ, ਤਾਂ ਨਹਿਮਿਆ ਦੇ ਵਿੱਚ ਅਸੀਂ ਦੇਖਦੇ ਹਾਂ ਕਿੱਦਾਂ ਇਸਰਾਈਲੀਆਂ ਨੇ ਰੋ ਰੋ ਕੇ ਆਪਣੇ ਪਰਮੇਸ਼ਵਰ ਦੇ ਅੱਗੇ ਪਛਤਾਤਾਪ ਕੀਤਾ ਕਿ ਅਸੀਂ ਅਤੇ ਸਾਡੇ ਬਜ਼ੁਰਗਾਂ ਨੇ ਜੋ ਗਲਤੀਆਂ ਕੀਤੀਆਂ, ਪਰਮੇਸ਼ਵਰ ਅਸੀਂ ਉਸ ਦੀ ਤੇਥੋਂ ਮਾਫੀ ਮੰਗਦੇ ਹਾਂ। ਸਿੱਖਿਆ ਸਾਨੂੰ ਬੁਰਾਈ ਵੱਲ ਨਹੀਂ ਲੈ ਕੇ ਜਾਂਦੀ। ਪਰਮੇਸ਼ਵਰ ਦੀ ਸਿੱਖਿਆ ਸਾਨੂੰ ਕਦੇ ਬੁਰਾਈ ਵੱਲ ਨਹੀਂ, ਪਰਮੇਸ਼ਵਰ ਦੀ ਸਿੱਖਿਆ ਸਾਨੂੰ ਪਰਮੇਸ਼ਵਰ ਵੱਲ ਲੈ ਕੇ ਜਾਂਦੀ ਹੈ। ਜਿਹੜੇ ਕੰਮ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਚਾਹੁੰਦਾ ਹੈ ਕਿ ਹੋਣ, ਉਹ ਕੰਮ ਸਾਡੇ ਜੀਵਨ ਵਿੱਚ ਹੁੰਦੇ। ਯੋਆਸ਼ ਜਦ ਤੱਕ ਮਹਾਯਾਜਕ ਕੋਲੋਂ ਸਿੱਖਿਆ ਲੈਂਦਾ ਰਿਹਾ, ਬਾਈਬਲ ਦੇ ਵਿੱਚ ਲਿਖਿਆ 2 ਅਧਿਆਏ ਦੇ ਵਿੱਚ ਉਹੀ ਕੰਮ ਕਰਦਾ ਰਿਹਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਹੈ। ਜੇ ਤੁਸੀਂ ਆਪਣੀ ਕਲੀਸਿਆ ਦੇ ਵਿੱਚ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਸਿੱਖਿਆ ਲੈਂਦੇ ਰਹੇ, ਤਾਂ ਤੁਸੀਂ ਜ਼ਰੂਰ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਉਸ ਦੀ ਸੰਤਾਨ, ਉਸ ਦੇ ਆਦਰਯੋਗ ਵਿਸ਼ਵਾਸ ਪਾਤਰ ਵਿਸ਼ਵਾਸੀ ਅਤੇ ਪਰਮੇਸ਼ਵਰ ਦੇ ਗਵਾਹ ਮਸੀਹ ਯਿਸੂ ਵਿੱਚ ਠਹਿਰੋਗੇ। ਬਾਣੀ ਇਹ ਗੱਲ ਸਾਡੇ ਜੀਵਨ ਦੇ ਵਿੱਚ ਸਾਫ਼ ਪ੍ਰਗਟ ਕਰਦੀ ਹੈ। ਜਿਹੜੇ ਵਿਸ਼ਵਾਸ ਕਰ ਚੁੱਕੇ ਨੇ, ਉਹਨਾਂ ਨੂੰ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਇੱਕ ਕੰਮ ਦਿੱਤਾ ਹੋਇਆ ਹੈ। ਬਾਈਬਲ ਦੇ ਵਿੱਚ ਜਦੋਂ ਅਸੀਂ ਰਸੂਲਾਂ ਦੇ ਕਰਤੱਵ ਉਸ ਦਾ 2 ਅਧਿਆਏ ਉਸ ਦੀ 42 ਆਇਤ ਪੜ੍ਹਦੇ ਹਾਂ, ਉਹਦੇ ਵਿੱਚ ਇਹ ਗੱਲ ਸਾਫ਼ ਲਿਖੀ ਹੈ ਕਿ ਜਦ ਤੱਕ ਸਾਡਾ ਪ੍ਰਭੂ ਨਾ ਆਵੇ, ਅਸੀਂ ਇਹ ਗੱਲਾਂ ਕਰਨ ਵਿੱਚ ਲੱਗੇ ਰਹੀਏ, ਤਾਂ ਕਿ ਸਾਡਾ ਜੀਵਨ ਇਸ ਬੁਰੇ ਸੰਸਾਰ ਦੇ ਵਿੱਚ ਪਰਮੇਸ਼ਵਰ ਦੀ ਸਿੱਖਿਆ ਦੇ ਨਾਲ ਪਵਿੱਤਰਤਾ ਦੇ ਵਿੱਚ ਪਰਮੇਸ਼ਵਰ ਦੇ ਸਮਕਸ਼ ਬਣਿਆ ਰਹੇ। ਉਹ ਸਿੱਖਿਆ ਕੀ ਸੀ? ਰੋਟੀ ਤੋੜਨਾ, ਪ੍ਰਾਰਥਨਾ ਕਰਨਾ, ਸਿੱਖਿਆ ਲੈਣਾ ਅਤੇ ਸੰਗਤ ਕਰਨਾ। ਇਹ 4 ਕਦਮ ਸਾਡੇ ਪ੍ਰਭੂ ਦੇ ਆਉਣ ਤੱਕ ਪਰਮੇਸ਼ਵਰ ਨੇ ਆਪਣੇ ਵਚਨ ਦੇ ਵਿੱਚ ਸਾਨੂੰ ਦਿੱਤੇ ਕਿ ਅਸੀਂ ਇਸ ਵਿੱਚ ਬਣੇ ਰਹੀਏ। ਦੇਖੋ, ਯਹੋਯਾਦਾ ਦੇ ਮਰਨ ਤੋਂ ਉਪਰੰਤ ਯੋਆਸ਼ ਦਾ ਜੀਵਨ ਵਿਨਾਸ਼ ਵਿੱਚ ਚਲਾ ਗਿਆ। ਅਨੰਤ ਮ੍ਰਿਤਿੂ ਦੇ ਵੱਲ ਚਲਾ ਗਿਆ। ਜਿਨ੍ਹਾਂ ਨੇ ਪਰਮੇਸ਼ਵਰ ਦੀ ਸਿੱਖਿਆ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਦੇ ਉੱਤੇ ਆਪਣੇ ਆਪ ਨੂੰ ਖਲੋਤਾ ਨਾ ਰੱਖਿਆ, ਅਸੀਂ ਉਹਨਾਂ ਦਾ ਜੀਵਨ ਬਾਈਬਲ ਵਿੱਚ ਦੇਖਦੇ ਹਾਂ ਕਿਵੇਂ ਨਾਸ਼ ਹੋ ਗਿਆ। ਰਾਜਾ ਸ਼ਾਊਲ ਕਿਸ ਤਰ੍ਹਾਂ ਵਿਨਾਸ਼ ਦੇ ਖੂਹ ਦੇ ਵਿੱਚ ਚਲਾ ਗਿਆ। ਸੁਲੇਮਾਨ, ਉਸ ਦਾ ਜੀਵਨ ਕਿਸ ਤਰ੍ਹਾਂ ਨਾਸ਼ ਹੋ ਗਿਆ। ਪਿਆਰੋ, ਬਾਈਬਲ ਦੱਸਦੀ ਹੈ ਜਦ ਤੱਕ ਅਸੀਂ ਪਰਮੇਸ਼ਰ ਦੇ ਵਚਨ
ਉਸ ਦੀ ਸਿੱਖਿਆ ਅਤੇ ਪ੍ਰਾਰਥਨਾ ਕਰਨ ਦੇ ਵਿੱਚ ਅਤੇ ਰੋਟੀ ਤੋੜਨ ਦੇ ਵਿੱਚ, ਸੰਗਤ ਕਰਨ ਦੇ ਵਿੱਚ ਜਦੋਂ ਅਸੀਂ ਲੱਗੇ ਰਹਿੰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੀ ਪਵਿੱਤਰਤਾ ਦੇ ਵਿੱਚ ਦਿਨ ਪ੍ਰਤੀ ਦਿਨ ਵਧਦੇ ਜਾਂਦੇ ਹਾਂ। ਬਾਈਬਲ ਇਹ ਸਿਖਾਉਂਦੀ ਹੈ। ਇਸ ਕਰਕੇ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਇਬਰਾਨੀਆਂ ਦਾ ਲੇਖਕ ਆਖਦਾ ਹੈ, ਜਿਉਂ-ਜਿਉਂ ਤੁਸੀਂ ਉਸ ਦਿਨ ਨੂੰ ਨੇੜੇ ਆਉਂਦੇ ਦੇਖੋ, ਤਿਉਂ-ਤਿਉਂ ਤੁਸੀਂ ਹੋਰ ਵੀ ਜ਼ਿਆਦਾ ਕਰਿਆ ਕਰੋ ਅਤੇ ਇੱਕ ਦੂਸਰੇ ਨੂੰ ਉਪਦੇਸ਼ ਦਿਆ ਕਰੋ ਅਤੇ ਉਨਾ ਹੀ ਜ਼ਿਆਦਾ ਕਰਿਆ ਕਰੋ ਜਿੰਨਾ ਤੁਸੀਂ ਉਸ ਦੇ ਆਉਣ ਨੂੰ ਨੇੜੇ ਦੇਖਦੇ ਹੋ। ਪਰ ਮੈਂ ਆਪ ਨੂੰ ਦੂਸਰਾ ਜੀਵਨ ਯਿਸੂ ਮਸੀਹ ਦਾ ਦੱਸਣਾ ਚਾਹੁੰਦਾ। ਯਹੋਯਾਦਾ ਮਰ ਗਿਆ, ਯੋਆਸ਼ ਦਾ ਜੀਵਨ ਖਤਮ ਹੋ ਗਿਆ, ਉਹ ਸਿੱਖਿਆ ਤੋਂ ਭਟਕ ਗਿਆ। ਪਰ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਆਇਆ। ਪਰਮੇਸ਼ਵਰ ਦਾ ਇਲਾਹੀ ਕਲਾਮ ਮੈਨੂੰ ਮੇਰੇ ਜੀਵਨ ਨੂੰ ਬਚਾਉਣ ਦੇ ਲਈ ਦੇਣ ਆਇਆ। ਉਸ ਦੇ ਜੀਵਨ ਦੇ ਵਿੱਚ ਅਸੀਂ ਕੀ ਦੇਖਦੇ? ਉਸਨੇ ਇੱਕ ਪਲ ਵੀ ਪਰਮੇਸ਼ਵਰ ਨੂੰ ਨਹੀਂ ਛੱਡਿਆ। ਪਰਮੇਸ਼ਵਰ ਦੇ ਨਾਲ ਹਮੇਸ਼ਾ ਗੱਲ ਕਰਨ ਦੇ ਲਈ, ਪਰਮੇਸ਼ਵਰ ਦੇ ਨਾਲ ਹਮੇਸ਼ਾ ਸੰਗਤ ਕਰਨ ਦੇ ਲਈ, ਪਰਮੇਸ਼ਵਰ ਦੇ ਨਾਲ ਹਮੇਸ਼ਾ ਸਲਾਹ ਕਰਨ ਦੇ ਲਈ, ਪਰਮੇਸ਼ਵਰ ਦੇ ਨਾਲ ਹਮੇਸ਼ਾ ਪ੍ਰਾਰਥਨਾ ਕਰਨ ਦੇ ਲਈ ਉਹ ਅਵਸਰ ਦੇ ਵਿੱਚ ਰਹਿੰਦਾ ਸੀ। ਇਸੇ ਕਰਕੇ ਜਦੋਂ 3:17 ਦੇ ਵਿੱਚ ਉਸਨੇ ਪਰਮੇਸ਼ਵਰ ਦੇ ਹੁਕਮ ਨੂੰ ਪੂਰਾ ਕੀਤਾ, ਤਦ ਸਵਰਗੋਂ ਇੱਕ ਆਕਾਸ਼ਬਾਣੀ ਆਈ। ਕੀ ਆਕਾਸ਼ਬਾਣੀ ਆਈ? ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਤੋਂ ਮੈਂ ਖੁਸ਼ ਹਾਂ। ਬੜੀ ਸਿੱਧੀ ਅਤੇ ਸਾਫ਼ ਗੱਲ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮ ਦੀ ਸੱਚਾਈ ਦੇ ਨਾਲ, ਪਵਿੱਤਰਤਾ ਦੇ ਨਾਲ, ਪ੍ਰੇਮ ਦੇ ਨਾਲ, ਆਗਿਆਕਾਰੀਤਾ ਦੇ ਨਾਲ ਕਾਰਜ ਕਰਦੇ ਹਾਂ ਤਾਂ ਪਰਮੇਸ਼ਵਰ ਮੇਰੇ ਤੋਂ ਖੁਸ਼ ਹੁੰਦਾ ਹੈ। ਮੈਂ ਪਿਛਲੇ ਕੱਲ ਵੀ ਦੱਸ ਰਿਹਾ ਸੀ, ਪਰਮੇਸ਼ਵਰ ਦੀ ਖੁਸ਼ੀ ਇਹ ਹੈ ਕਿ ਅਸੀਂ ਉਹਦੇ ਹੁਕਮ ਨੂੰ ਪੂਰਾ ਕਰੀਏ। ਔਰ ਪ੍ਰਭੂ ਯਿਸੂ ਮਸੀਹ ਯੋਹੰਨਾ ਦੀ ਇੰਜੀਲ 15:10 ਦੇ ਵਿੱਚ ਕਹਿੰਦਾ ਹੈ, ਮੈਂ ਪਰਮੇਸ਼ਵਰ ਦੇ ਹੁਕਮ ਨੂੰ ਪੂਰਾ ਕਰਦਾ ਤਾਂ ਮੈਂ ਉਹਦੇ ਪ੍ਰੇਮ ਵਿੱਚ ਬਣਿਆ ਰਹਿੰਦਾ। ਇਹਦਾ ਮਤਲਬ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੀ ਸਿੱਖਿਆ ਦੇ ਵਿੱਚ ਬਣੇ ਰਹਿੰਦੇ ਹਾਂ ਤਾਂ ਅਸੀਂ ਪਰਮੇਸ਼ਵਰ ਦੇ ਪ੍ਰੇਮ, ਓਬੀਡੀਐਂਸ, ਪਵਿੱਤਰਤਾ, ਸੱਚਾਈ ਦੇ ਵਿੱਚ ਬਣੇ ਰਹਿੰਦੇ ਅਤੇ ਪਰਮੇਸ਼ਵਰ ਫਿਰ ਮੇਰੇ ਵਿੱਚ ਆਪਣੇ ਕੰਮ ਕਰਦਾ, ਜਿਸ ਤਰ੍ਹਾਂ ਉਸਨੇ ਆਪਣੇ ਪੁੱਤਰ ਦੇ ਵਿੱਚ ਮਨੁੱਖ ਜਾਤੀ ਨੂੰ ਬਚਾਉਣ ਦਾ ਕੰਮ ਪੂਰਾ ਕੀਤਾ। ਅਤੇ ਅੱਜ ਜਦੋਂ ਅਸੀਂ ਉਸ ਦੇ ਵਿੱਚ ਉਸ ਪੂਰੇ ਕੀਤੇ ਹੋਏ ਕੰਮ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਤਾਂ ਮੇਰੇ ਪਿਆਰੇ ਅਜ਼ੀਜ਼, ਮੇਰਾ ਜੀਵਨ ਉਸ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਕੀਤੇ ਕੰਮ ਦੇ ਵਿੱਚ ਸੁਰੱਖਿਅਤ ਹੋ ਜਾਂਦਾ ਹੈ। ਔਰ ਉਸ ਵਿੱਚ ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ, ਜਦੋਂ ਇੱਕ ਪਾਪੀ ਮਨ ਫਿਰਾਉਂਦਾ ਹੈ ਉਹਦੇ ਵਿੱਚ, ਤਦ ਸਵਰਗਦੂਤ ਸਵਰਗ ਤੋਂ ਖੁਸ਼ੀਆਂ ਮਨਾਉਂਦੇ ਆ। ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੈ, ਇੱਕ ਪਾਪੀ ਨੂੰ ਫੇਰ ਕੇ ਸਵਰਗ ਦੇ ਵਿੱਚ ਲੈ ਕੇ ਆਉਣਾ। ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਇਹੋ ਕੰਮ ਮੇਰੇ ਅਤੇ ਉਹਨਾਂ ਸਭਨਾਂ ਦੇ ਲਈ ਕੀਤਾ ਜਿਨ੍ਹਾਂ ਨੇ ਉਸ ਦੇ ਉੱਤੇ ਵਿਸ਼ਵਾਸ ਕੀਤਾ। ਇਸ ਲਈ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਉਹ ਸਹੀ ਕੰਮ ਸੀ ਅਤੇ ਪਰਮੇਸ਼ਰ ਨੇ ਉਸ ਸਹੀ ਕੰਮ ਦੇ ਉੱਤੇ ਆਪਣੇ ਚੇਲਿਆਂ ਦੇ ਵਿੱਚ ਆਵਾਜ਼ ਨੂੰ ਬੁਲੰਦ ਕੀਤਾ, ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ। ਅੱਜ ਅਸੀਂ ਕਿਹਦੀ ਸੁਣਦੇ ਹਾਂ? ਫਲਾਨਾ ਪ੍ਰਚਾਰਕ, ਫਲਾਨੀ ਕਲੀਸਿਆ। ਅਸੀਂ ਇਹ ਨਹੀਂ ਕਹਿੰਦੇ ਆ ਕਿ ਬਾਈਬਲ ਦੇ ਵਿੱਚ ਇਹ ਲਿਖਿਆ ਹੈ ਮੈਨੂੰ ਇਸ ਤਰ੍ਹਾਂ ਕਰਨਾ ਹੈ, ਇਸ ਤਰ੍ਹਾਂ ਚੱਲਣਾ ਹੈ।
कोई अपने आप ਨੂੰ रसूल आखदा है, कोई अपने आप ਨੂੰ पिता आखदा, कोई कुछ आखदा है, पर बाइबल दे विच सही मायने दे विच परमेश्वर की दृष्टि दे विच परमेश्वर ने की काम करके किया है। प्रभु यीशु मसीह दसदा है, जदों मैं मती रची सुसमाचार उस दा 23 अध्याय उस दी 8 आयत नूं पढ़दा हां तां उस विच परमेश्वर दा वचन परमेश्वर दे दास दे मुखों निकलदा है, पर तुसी रब्बी ना कहलाउणा, गुरु है रब्बी ना कहलाना, क्योंकि तुहाडा इक्को गुरु है, इक्को ही सिक्खयक है, अते तुसी सब भरा हो। की हो जी? भरा। असी मसीह विच एक दूजे ने भाई भैन है, ते साडा इक्को ही ईश्वर है, इक्को ही परमेश्वर है, इक्को ही गुरु है, इक्को ही सिक्खयक है, सिखाउण वाला, और जिहड़ा सदा दा महायाजक है, सदा दा शिक्षक है, सदा दा मेरा बचाउण वाला इक्को एक परमेश्वर पुत्र प्रभु यीशु मसीह है। ये परमेश्वर दा ਉਹਦੇ ਪੁੱਤਰ प्रभु यीशु मसीह ਦਾ ਕੰਮ है, जिस ਨੂੰ परमेश्वर ने वेख्या ਅਤੇ सराया अपने चेलिਆਂ ਵਿੱਚ, ਅਤੇ ਉਸਨੇ ਕਿਹਾ ਇਸ ਦੀ ਸੁਣੋ। ਅੱਜ ਅਸੀਂ ਕਿਹਦੀ ਸੁਣ ਰਹੇ ਹਾਂ? ਮੇਰੇ ਕੋਲ ਕਈ ਭਾਈ ਭੈਣ ਆਉਂਦੇ ਨੇ ਅਤੇ ਉਹ ਕਹਿੰਦੇ ਨੇ, ਭਾਜੀ ਉਹ ਬੰਦਾ ਤਾਂ ਇਦਾਂ ਕਰਦਾ ਹੈ, ਉਹ ਭਾਵੇਂ ਕਾਲਾ ਹੋਵੇ, ਉਹ ਭਾਵੇਂ ਪੀਲਾ ਹੋਵੇ, ਉਹ ਕੁਝ ਵੀ ਕੰਮ ਕਰਦਾ ਹੋਵੇ। ਬਾਈਬਲ ਦੇ ਵਿੱਚ ਕੀ ਲਿਖਿਆ ਮੈਨੂੰ ਇਹ ਦੱਸ। ਬਾਈਬਲ ਦੇ ਵਿੱਚ ਕੀ ਕਿਹਾ ਗਿਆ? ਸਾਨੂੰ ਇਹ ਕੰਮ ਕਰਨਾ ਯੋਗ ਹੈ। कई लोग कहते हैं भाजी, साडे कोल कई लोग आके कहते हैं कि प्रसाद खा लेना चाहिए प्रार्थना करके। बाइबल बाणी दे विच जदों असीं कुरंथ पढ़ते हैं 10 अध्याय, तां उहदे विच साफ रीति नाल लिखिया है, भूतां दी मेज अते प्रभु दी मेज दे विच तुसीं सांझी नहीं हो सकदे। ते मेरे प्यारो, फिर कि असी वचन की सिक्ख्या के अनुसार चल रहे हैं? मेरे प्रभु ने तो मैनू ये सिक्ख्या नहीं दी, मेरे प्रभु ने तो मैनू ये सिखाया नहीं। इस करके योआश जद तक सिक्ख्या के अधीन रहा सीधा चलता रहा, जदों सिक्खयक चला गया तो उसे काम दे विच मुड़ चला गया जो संसार दीयां रीतां दे विच परमेश्वर दी निगाह दे विच बुरा सी, जिस तो परमेश्वर नूं घिणाउंदी सी। परमेश्वर ने मैनू अते आप नूं चुनिया, इसलिए चुनिया कि असी उस दी पवित्र संतान बन के उस दे पुत्र प्रभु यीशु मसीह दे विच पवित्रता दा जीवन बतीत करदे होए ओदी जिउंदी आस दे विच वधदे जाइए, जिस दे लई परमेश्वर पुत्र ने मेरे अते आप दे नाल जिन्हां ने विश्वास कीता वायदा कीता है, जिथे मैं हां उत्थे तुसीं भी होवो। जे तुसीं परमेश्वर दी निगाह दे विच सही काम दे उस दे अंग बनना चाहते हो, उस दे सहकर्मी बनना चाहते हो, तो मेरे प्यारे अजीज प्रभु यीशु मसीह दे विच निचा करो, विश्वास करो। जिस तरह उसने पिता दे दिते हुए काम नूं मनुख जाति दे बचाव दे लई कालवरी क्रूस दे उत्ते पूरा कीता, उसे तरह जदों असी उस दे विच पवित्र होके कहण दा भाव उस दे उत्ते विश्वास करके अपने जीवन दे विच प्रभु यीशु मसीह दी नेचा दे उस मुकाम दे विच जो उसने पिता दे सन्मुख मेरे लिए कीता है, तां असी बचाए जाते हैं। बचाए जाते हैं किवें? प्रभु मैं पापी हाँ, तो मेरे पापी दे लई कालवरी क्रूस के उत्ते मारिया गया, दफन किया गया, वचन के अनुसार तीसरे दिहाड़े जी उठिया। हुण तू मेरा प्रभु है, हुण मेरा जीवन मेरा नहीं तेरा है।
ਇਹ ਮੈਂ ਵਿਸ਼ਵਾਸ ਕਰਦਾ ਹਾਂ ਆਪ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ 'ਚ। ਆਮੇਨ। ਇਹ ਸਹੀ ਕੰਮ ਹੋ ਗਿਆ ਪਰਮੇਸ਼ਰ ਦੀ ਨਿਗਾਹ ਦੇ ਵਿੱਚ। ਇਹ ਸਹੀ ਕੰਮ ਮੇਰੇ ਜੀਵਨ ਦੇ ਵਿੱਚ ਹੋ ਗਿਆ। ਪੁੱਤਰ ਦੇ ਰਾਹੀਂ ਮੈਂ ਬਚਾਇਆ ਗਿਆ ਔਰ ਹੁਣ ਮੈਂ ਜੋ ਬਚ ਗਿਆ ਮੈਂ ਦੂਸਰਿਆਂ ਨੂੰ ਵੀ ਬਚਾਵਾਂ। ਕੀ ਅਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਹਾਂ ਕਿ ਪ੍ਰਭੂ ਦੇ ਇਸ ਖੇਤੀ ਦੇ ਵਿੱਚ ਅਸੀਂ ਉਸ ਦੇ ਸਹਿਕਰਮੀ ਬਣ ਕੇ ਇਸ ਸਹੀ ਕੰਮ ਦੇ ਵਿੱਚ ਜੋ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਚੰਗਾ ਹੈ ਅਤੇ ਸਹੀ ਹੈ ਕੀ ਲੱਗੇ ਹੋਏ ਹਾਂ? ਜੇ ਲੱਗੇ ਹੋਏ ਹਾਂ ਤਾਂ ਪ੍ਰਭੂ ਦੀ ਜਿਉਂਦੀ ਆਸ ਦੇ ਵਿੱਚ ਵਧਦੇ ਜਾਓ। ਜੇ ਨਹੀਂ ਲੱਗੇ ਹਾਂ ਤਾਂ ਤੌਬਾ ਕਰਕੇ ਉਸ ਦੇ ਇਸ ਸਹੀ ਕੰਮ ਦੇ ਵਿੱਚ ਲੱਗ ਜਾਓ, ਕਿਉਂਕਿ ਉਹ ਸਮਾਂ ਆਉਣ ਵਾਲਾ ਹੈ, ਆਉਣ ਵਾਲਾ ਦੇਰ ਨਾ ਕਰੇਗਾ ਅਤੇ ਉਹ ਉਸ ਕੰਮ ਦਾ ਜੋ ਅਸੀਂ ਉਸ ਵਿੱਚ ਕੀਤਾ ਉਸ ਦਾ ਪ੍ਰਤੀਫਲ ਦੇਵੇਗਾ। ਪ੍ਰਭੂ ਆਪ ਨੂੰ ਉਸ ਸਹੀ ਕੰਮ ਦੇ ਵਿੱਚ ਲੱਗਣ ਦੇ ਲਈ ਆਪ ਦੀ ਮਦਦ ਕਰੇ। ਪ੍ਰਭੂ ਇਸ ਵਚਨ ਦੇ ਰਾਹੀਂ ਆਪ ਨੂੰ ਆਸ਼ੀਸ਼ ਦੇਵੇ। ਜੈ ਮਸੀਹ ਦੀ। ਮਾਰਾਨਾਥ।